Religion Outlook. ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ 94ਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਤੀਜਾ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ, ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਈ। ਜੋ ਵਿਚਕਾਰਲੀ ਪੰਕਤੀ ਹੈ ਅਸੀਂ ਉੱਥੋਂ ਸ਼ੁਰੂ ਕਰਦੇ ਹਾਂ ਕਿ ਸ਼ਬਦ ਮਨ ਰੰਗਿਆ ਲਿਵ ਲਾਏ। ਜਿਸ ਮਨੁੱਖ ਦਾ ਮਨ ਗੁਰੂ ਦੇ ਸ਼ਬਦਾਂ ਦੇ ਨਾਲ ਰੰਗਿਆ ਹੋਇਆ ਹੈ, ਉਹਦੀ ਲਿਵ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ। ਉਹ ਆਪਣੇ ਮਨ ਦੇ ਵਿੱਚ ਹੀ ਆਪਣੇ ਮਨ ਨੂੰ ਸਵਾਰ ਲੈਂਦਾ ਹੈ, ਸੋਹਣਾ ਬਣਾ ਲੈਂਦਾ ਹੈ। ਆਪਣੇ ਮਨ ਨੂੰ ਸੋਧਣ ਦੇ ਲਈ ਉਹਨੂੰ ਕਿਤੇ ਬਾਹਰ ਨਹੀਂ ਜਾਣਾ ਪੈਂਦਾ। ਉਹਨੂੰ ਆਪਣਾ ਘਰ ਪਰਿਵਾਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਨਹੀਂ ਬੈਠਣਾ ਪੈਂਦਾ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਈ। ਆਪਣਾ ਸੁਭਾਅ ਉਸ ਪਰਮਾਤਮਾ ਦੇ ਡਰ ਅਦਬ ਦੇ ਵਿੱਚ ਜੋੜ ਕੇ, ਉਸ ਪਰਮਾਤਮਾ ਦੇ ਡਰ ਅਦਬ ਦੇ ਵਿੱਚ ਰਹਿ ਕੇ, ਆਤਮਿਕ ਅਡੋਲਤਾ ਦੇ ਵਿੱਚ ਰਹਿ ਕੇ ਉਹ ਮਨੁੱਖ ਮਨ ਹੀ ਮਨ ਦੇ ਵਿੱਚ ਆਪਣੇ ਮਨ ਨੂੰ ਸਵਾਰ ਲੈਂਦਾ ਹੈ। ਨਿਜ ਘਰ ਵਸਿਆ ਪ੍ਰਭ ਕੀ ਰਜਾਏ। ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਣ ਲੱਗਦਾ ਹੈ। ਚੱਲਦੇ ਤੇ ਅਸੀਂ ਸਭ ਹੀ ਉਹਦੀ ਰਜ਼ਾ ਦੇ ਵਿੱਚ ਹਾਂ, ਪਰ ਕਈ ਮਨੁੱਖ ਇਸ ਗੱਲ ਨੂੰ ਮੰਨ ਲੈਂਦੇ ਨੇ ਕਿ ਅਸੀਂ ਉਸ ਪਰਮਾਤਮਾ ਦੀ ਰਜ਼ਾ 'ਚ ਹਾਂ, ਤੇ ਕਈ ਨਹੀਂ ਮੰਨਦੇ। ਜਿਹੜੇ ਮੰਨ ਲੈਂਦੇ ਨੇ ਉਹਨਾਂ ਦੀ ਗੱਲ ਇਸ ਪੰਕਤੀ ਦੇ ਵਿੱਚ ਹੋ ਰਹੀ ਹੈ। ਨਿਜ ਘਰ ਵਸਿਆ ਪ੍ਰਭ ਕੀ ਰਜਾਏ। ਜਿਹੜਾ ਮਨੁੱਖ ਗੁਰੂ ਦੇ ਸ਼ਬਦਾਂ ਦੇ ਲੜ ਲੱਗਿਆ ਹੋਇਆ ਹੈ, ਉਹ ਇਸ ਗੱਲ ਨੂੰ ਭਲੀ ਭਾਤ ਮੰਨ ਕੇ ਚੱਲਦਾ ਹੈ ਕਿ ਉਹਦਾ ਜੀਵਨ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ। ਉਹ ਸਦਾ ਉਹਦੇ ਭਾਣੇ ਦੇ ਵਿੱਚ ਰਹਿੰਦਾ ਹੈ ਤੇ ਆਪਣੇ ਨਿਜ ਘਰ ਦੇ ਵਿੱਚ ਹੀ ਟਿਕਿਆ ਰਹਿੰਦਾ ਹੈ। ਆਪਣੇ ਮਨ ਨੂੰ ਆਪਣੇ ਅੰਦਰ ਹੀ ਟਿਕਾਈ ਰੱਖਦਾ ਹੈ, ਬਾਹਰ ਨਹੀਂ ਭਟਕਣ ਦਿੰਦਾ। ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਵਿੰਦ ਪਾਈਐ ਗੁਣੀ ਨਿਧਾਨ ਰਹਾਉ। ਸਤਿਗੁਰੂ ਦੀ ਸੇਵਾ ਕੀਤਿਆਂ, ਉਹਦਾ ਸਿਮਰਨ ਕੀਤਿਆਂ, ਇੱਕ ਤੇ ਅਸੀਂ ਆਪਣੇ ਅੰਦਰੋਂ ਅਭਿਮਾਨ ਨੂੰ ਖਤਮ ਕਰ ਲੈਂਦੇ ਹਾਂ, ਤੇ ਦੂਜਾ ਗੁਣਾਂ ਦੇ ਖਜ਼ਾਨੇ ਗੋਵਿੰਦ ਉਸ ਪਰਮਾਤਮਾ ਨੂੰ ਪਾ ਲੈਂਦੇ ਹਾਂ। ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਵਿੰਦ ਪਾਈਐ ਗੁਣੀ ਨਿਧਾਨ। ਮਨ ਬੈਰਾਗੀ ਜਾਂ ਸ਼ਬਦ ਭਾਉ ਖਾਏ। ਉਸ ਮਨੁੱਖ ਦਾ ਮਨ ਬੈਰਾਗਮਾਨ ਹੋ ਜਾਂਦਾ ਹੈ, ਮਾਇਆ ਦੇ ਮੋਹ ਵੱਲੋਂ ਉਪਰਾਮ ਹੋ ਜਾਂਦਾ ਹੈ। ਜਿਸ ਨੇ ਗੁਰੂ ਦੀ ਇਸ ਸਿੱਖਿਆ ਨੂੰ ਆਪਣੇ ਅੰਤਰ ਆਤਮੇ ਦੀ ਖੁਰਾਕ ਬਣਾਇਆ। ਉਹ ਕਿਹੜੀ ਸਿੱਖਿਆ ਹੈ? ਉਹ ਸਿੱਖਿਆ ਇਹ ਹੈ ਕਿ ਉਹ ਪਰਮਾਤਮਾ ਸਰਬ ਵਿਆਪਕ ਵੀ ਹੈ ਤੇ ਅੰਤਰਜਾਮੀ ਵੀ ਹੈ। ਉਹ ਸਭਨਾਂ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ। ਇਸ ਸਿੱਖਿਆ ਨੂੰ ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਵਸਾ ਲਿਆ ਤਾਂ ਕੁਝ ਵੀ ਗਲਤ ਕਰਨ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਏਗਾ ਕਿ ਉਹ ਪਰਮਾਤਮਾ ਇਸ ਗੱਲ ਨੂੰ ਜਾਣਦਾ ਹੈ ਕਿ ਮੈਂ ਗਲਤ ਕਰਨ ਜਾ ਰਿਹਾ, ਤਾਂ ਤੁਸੀਂ ਵਰਜੇ ਜਾਓਗੇ ਉਸ ਗਲਤ ਪਾਸਿਓਂ। ਜ਼ਿਆਦਾਤਰ ਮਨੁੱਖ ਗਲਤ ਕੰਮ ਉਦੋਂ ਕਰਦੇ ਨੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕੋਈ ਦੇਖ ਨਹੀਂ ਰਿਹਾ, ਕਿਉਂਕਿ ਇਸ ਗੱਲ ਤੋਂ ਸਾਰੇ ਹੀ ਜਾਣੂ ਹੁੰਦੇ ਨੇ ਕਿ ਕਿਸੇ ਗਲਤ ਕੀਤੇ ਹੋਏ ਕਾਰਜ ਦਾ ਜੇ ਕਿਸੇ ਦੂਸਰੇ ਮਨੁੱਖ ਨੂੰ ਪਤਾ ਲੱਗਿਆ ਤਾਂ ਉਹਨੂੰ ਸਜ਼ਾ ਮਿਲ ਸਕਦੀ ਹੈ। ਇਸ ਲਈ ਜ਼ਿਆਦਾਤਰ ਗਲਤ ਕਾਰਜ ਮਨੁੱਖ ਲੁਕ ਛਿਪ ਕੇ ਕਰਦਾ ਹੈ। ਤੇ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਸਿੱਖਿਆ ਵਸੀ ਹੋਈ ਹੋਵੇ ਕਿ ਉਹ ਪ੍ਰਮਾਤਮਾ ਤਾਂ ਹਰ ਥਾਂ ਹੀ ਮੌਜੂਦ ਹੈ ਤੇ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ, ਤਾਂ ਤੁਸੀਂ ਲੁਕ ਛਿਪ ਕੇ ਵੀ ਗਲਤ ਕਾਰਜ ਨਹੀਂ ਕਰੋਗੇ। ਕਿਉਂਕਿ ਉੱਥੇ ਵੀ ਤੁਹਾਡੇ ਇੱਕ ਪਾਸੇ ਮਨ ਦੇ ਵਿੱਚ ਬੇਸ਼ੱਕ ਇਹ ਖਿਆਲ ਹੋਵੇ ਕਿ ਸਾਨੂੰ ਕੋਈ ਨਹੀਂ ਦੇਖ ਰਿਹਾ, ਪਰ ਦੂਜੇ ਪਾਸੇ ਇਹ ਖਿਆਲ ਜ਼ਰੂਰ ਹੋਏਗਾ ਕਿ ਪਰਮਾਤਮਾ ਦੇਖ ਰਿਹਾ ਹੈ। ਤੇ ਜਦੋਂ ਤੁਹਾਨੂੰ ਇਹ ਖਿਆਲ ਹੋਏਗਾ ਕਿ ਪਰਮਾਤਮਾ ਦੇਖ ਰਿਹਾ ਹੈ, ਤਾਂ ਤੁਸੀਂ ਆਪਣੇ ਆਪ ਹੀ ਉਸ ਗਲਤ ਕੰਮ ਨੂੰ ਕਰਨ ਤੋਂ ਰੁਕ ਜਾਓਗੇ।
ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ, ਗੁਰ ਕਿਰਪਾ ਤੇ ਮਿਲੈ ਮਿਲਾਏ। ਕਹਿੰਦੇ ਮੇਰਾ ਪਵਿੱਤਰ ਪ੍ਰਮਾਤਮਾ ਹਰ ਥਾਂ ਸਮਾਇਆ ਹੋਇਆ ਹੈ, ਹਰ ਥਾਂ ਮੌਜੂਦ ਹੈ, ਵਿਆਪਕ ਹੈ। ਗੁਰੂ ਕਿਰਪਾ ਕਰਕੇ ਜਦੋਂ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ ਤਾਂ ਅਸੀਂ ਉਸ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਪਾਉਂਦੇ ਹਾਂ। ਗੁਰ ਕਿਰਪਾ ਤੇ ਮਿਲੈ ਮਿਲਾਏ। ਹਰ ਦਾਸਨ ਕੋ ਦਾਸ ਸੁਖ ਪਾਏ। ਉਸ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਆਨੰਦ ਦੀ ਪ੍ਰਾਪਤੀ ਕਰਦਾ ਹੈ ਤੇ ਨਾਲ ਦੀ ਨਾਲ ਮੇਰਾ ਹਰ ਪ੍ਰਭ ਇਨ ਵਿਧ ਪਾਇਆ ਜਾਏ। ਇਸ ਵਿਧੀ ਦੇ ਨਾਲ ਜਦੋਂ ਅਸੀਂ ਉਸ ਪਰਮਾਤਮਾ ਦੇ ਸੇਵਕਾਂ ਦੇ ਵੀ ਸੇਵਕ ਬਣ ਜਾਂਦੇ ਹਾਂ, ਇਸ ਵਿਧੀ ਦੇ ਨਾਲ ਅਸੀਂ ਉਸ ਪਰਮਾਤਮਾ ਦੇ ਨਾਲ ਮਿਲਾਪ ਵੀ ਹਾਸਲ ਕਰ ਲੈਂਦੇ ਹਾਂ, ਕਿਉਂਕਿ ਉਹਦੇ ਸੇਵਕਾਂ ਦੇ ਵੀ ਸੇਵਕ ਬਣਨ ਦੇ ਲਈ ਆਪਣੇ ਆਪ ਨੂੰ ਬਹੁਤ ਨੀਵਾਂ ਕਰਨਾ ਪੈਂਦਾ ਹੈ, ਆਪਣੀ ਹਉਮੈ ਨੂੰ ਤਿਆਗਣਾ ਪੈਂਦਾ ਹੈ। ਤੇ ਹਉਮੈ ਹੀ ਸਾਡੇ ਤੇ ਉਸ ਪਰਮਾਤਮਾ ਦੇ ਵਿਚਕਾਰਲੀ ਦੀਵਾਰ ਹੈ। ਜਦੋਂ ਅਸੀਂ ਇਸ ਵਿਧੀ ਨੂੰ ਫੋਲੋ ਕਰਦੇ ਹਾਂ, ਉਸ ਪਰਮਾਤਮਾ ਦੇ ਸੇਵਕਾਂ ਦੇ ਵੀ ਸੇਵਕ ਬਣਨ ਦੀ ਵਿਧੀ, ਤਾਂ ਉਹ ਜੋ ਹਉਮੈ ਦੀ ਦੀਵਾਰ ਹੈ ਉਹਨੂੰ ਅਸੀਂ ਢਾਹ ਦਿੰਦੇ ਹਾਂ। ਤੇ ਜਦੋਂ ਉਹ ਦੀਵਾਰ ਢਹਿ ਗਈ ਤਾਂ ਸਾਡਾ ਤੇ ਪਰਮਾਤਮਾ ਦਾ ਮਿਲਾਪ ਤੇ ਹੋਇਆ ਹੀ ਸਮਝੋ। ਹਰ ਕਿਰਪਾ ਤੇ ਰਾਮ ਗੁਣ ਗਾਏ। ਤੇ ਜਦ ਸਾਡਾ ਮਿਲਾਪ ਹੋ ਗਿਆ ਤਾਂ ਗੁਰੂ ਜੀ ਕਹਿੰਦੇ ਕਿ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਮਨੁੱਖ ਉਸ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਉਹਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਧ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗਾ ਪਿਆਰ। ਗੁਰੂ ਜੀ ਕਹਿੰਦੇ ਕਿ ਉਹ ਵਡੇਰਾ ਜੀਵਨ ਵੀ ਫਿਟਕਾਰਯੋਗ ਹੈ ਜੇ ਤੁਹਾਡਾ ਉਸ ਵਡੇਰੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਲ ਪਿਆਰ ਹੀ ਨਹੀਂ ਪਿਆ। ਜੇ ਤੁਹਾਡੀ ਪ੍ਰੀਤ ਉਸ ਪਰਮਾਤਮਾ ਦੇ ਨਾਲ ਜੁੜੀ ਹੀ ਨਹੀਂ ਤਾਂ ਤੁਹਾਡੀ ਲੰਬੀ ਉਮਰ ਵੀ ਫਿਟਕਾਰਯੋਗ ਹੈ। ਧ੍ਰਿਗ ਸੇਜ ਸੁਖਾਲੀ ਕਾਮਣ ਮੋਹ ਗਵਾਰ। ਸੁੰਦਰ ਇਸਤਰੀ ਦੀ ਸੁਖਾਲੀ ਸੇਜ ਵੀ ਫਿਟਕਾਰਯੋਗ ਹੈ ਜੇਕਰ ਉਸ ਸੇਜ ਦੀ ਵਜ੍ਹਾ ਨਾਲ ਤੁਹਾਡੇ ਮਨ ਦੇ ਵਿੱਚ ਮੋਹ ਦਾ ਘੁੱਪ ਹਨੇਰਾ ਪੈਦਾ ਹੋ ਰਿਹਾ ਹੈ। ਜਦ ਤੁਹਾਡੇ ਮਨ ਦੇ ਵਿੱਚ ਮੋਹ ਦਾ ਘੁੱਪ ਹਨੇਰਾ ਪੈਦਾ ਹੋ ਗਿਆ ਤਾਂ ਤੁਹਾਨੂੰ ਉਸ ਇਸਤਰੀ ਤੋਂ ਇਲਾਵਾ ਹੋਰ ਕੁਝ ਨਹੀਂ ਦਿਸੇਗਾ। ਤੁਹਾਡਾ ਸਾਰੇ ਦਾ ਸਾਰਾ ਪ੍ਰੇਮ ਉਸ ਇਸਤਰੀ ਦੇ ਨਾਲ ਹੀ ਪੈ ਜਾਏਗਾ, ਨਾ ਤੇ ਪਰਮਾਤਮਾ ਨਾਲ ਪਏਗਾ ਤੇ ਨਾ ਹੀ ਤੁਹਾਨੂੰ ਹੋਰਨਾਂ ਮਨੁੱਖਾਂ ਦਾ ਕੋਈ ਖਿਆਲ ਰਹੇਗਾ। ਸੋ ਜਿਹੜੀ ਸੇਜ ਤੁਹਾਡੇ ਮਨ ਦੇ ਵਿੱਚ ਮੋਹ ਦਾ ਘੁੱਪ ਹਨੇਰਾ ਪੈਦਾ ਕਰਦੀ ਹੈ ਉਹ ਫਿਟਕਾਰਯੋਗ ਹੈ। ਹਰ ਸੇਜ ਫਿਟਕਾਰਯੋਗ ਨਹੀਂ, ਕਿਉਂਕਿ ਇਹ ਕੁਦਰਤੀ ਨਿਯਮ ਹੈ, ਕੁਦਰਤ ਦਾ ਹੀ ਬਣਾਇਆ ਹੋਇਆ ਨਿਯਮ ਹੈ ਕਿ ਮਰਦ ਅਤੇ ਇਸਤਰੀ ਨੇ ਮਿਲਾਪ ਕਰਨਾ ਹੈ ਤੇ ਅੱਗੇ ਇਸ ਸ੍ਰਿਸ਼ਟੀ ਨੂੰ ਤੋਰਨਾ ਹੈ। ਤਾਂ ਉਹ ਜੋ ਸੇਜ ਹੈ ਜਿਸ ਤੇ ਮਿਲਾਪ ਹੋਣਾ ਹੈ ਉਹ ਹਰ ਸੇਜ ਹੀ ਫਿਟਕਾਰਯੋਗ ਨਹੀਂ। ਜੇਕਰ ਉਹ ਸੇਜ ਤੁਹਾਡੇ ਮਨ ਦੇ ਵਿੱਚ ਮੋਹ ਦਾ ਘੁੱਪ ਹਨੇਰਾ ਪੈਦਾ ਕਰਦੀ ਹੈ ਤਾਂ ਗੁਰੂ ਜੀ ਕਹਿੰਦੇ ਕਿ ਉਹ ਫਿਟਕਾਰਯੋਗ ਹੈ। ਧ੍ਰਿਗ ਸੇਜ ਸੁਖਾਲੀ ਕਾਮਣ ਮੋਹ ਗਵਾਰ। ਤਿੰਨ ਸਫਲ ਜਨਮ ਜਿਨ ਨਾਮ ਆਧਾਰ। ਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਹੋਇਆ ਹੈ, ਆਧਾਰ ਬਣਾਇਆ ਹੋਇਆ ਹੈ, ਉਹਨਾਂ ਦਾ ਹੀ ਜਨਮ ਸਫਲ ਹੈ। ਧ੍ਰਿਗ ਧ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਈ। ਜੇਕਰ ਕਹਿੰਦੇ ਤੁਹਾਡਾ ਘਰ ਪਰਿਵਾਰ ਉਸ ਪਰਮਾਤਮਾ ਦੇ ਨਾਲ ਤੁਹਾਨੂੰ ਪ੍ਰੀਤ ਨਹੀਂ ਪਾਉਣ ਦੇ ਰਿਹਾ ਤਾਂ ਉਹ ਘਰ ਪਰਿਵਾਰ ਵੀ ਫਿਟਕਾਰਯੋਗ ਹੈ। ਗ੍ਰਹਿ ਤੋਂ ਭਾਵ ਘਰ ਤੇ ਕੁਟੰਬ ਤੋਂ ਭਾਵ ਟੱਬਰ ਯਾਨੀ ਪਰਿਵਾਰ। ਧ੍ਰਿਗ ਧ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਈ, ਕਿ ਜੇਕਰ ਤੁਹਾਡਾ ਟੱਬਰ ਤੁਹਾਡਾ ਘਰ-ਬਾਰ ਤੁਹਾਡੇ ਤੇ ਪਰਮਾਤਮਾ ਦੇ ਵਿਚਕਾਰ ਕੰਧ ਬਣ ਕੇ ਖੜਾ ਹੋ ਰਿਹਾ ਹੈ ਤਾਂ ਉਹ ਟੱਬਰ ਵੀ ਫਿਟਕਾਰਯੋਗ ਹੈ। ਜੇਕਰ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਜੀਵਨਾਂ ਦੇ ਉੱਪਰ ਝਾਤ ਮਾਰੀਏ ਤਾਂ ਉਹਨਾਂ ਨੇ ਪਰਿਵਾਰ ਦੇ ਵਿੱਚ ਵਿਚਰਦੇ ਹੋਏ ਹੀ ਉਸ ਪਰਮਾਤਮਾ ਦੇ ਨਾਲ ਨੇੜਤਾ ਬਣਾਈ ਹੋਈ ਸੀ। ਉਹ ਆਪਣੇ ਸਾਰੀਆਂ ਜੋ ਜ਼ਿੰਮੇਵਾਰੀਆਂ ਸਨ ਉਹਨਾਂ ਨੂੰ ਪੂਰਾ ਕਰਦੇ ਸਨ। ਆਪਣੇ ਪਰਿਵਾਰ ਪ੍ਰਤੀ, ਆਪਣੀ ਕੌਮ ਦੇ ਪ੍ਰਤੀ ਜੋ ਉਹਨਾਂ ਦੀਆਂ ਜ਼ਿੰਮੇਵਾਰੀਆਂ ਸੀ ਉਹਨਾਂ ਨੂੰ ਪੂਰੀਆਂ ਕਰਦੇ ਸੀ, ਪਰ ਫਿਰ ਵੀ ਉਸ ਪਰਮਾਤਮਾ ਦੇ ਨਾਲ ਨੇੜਤਾ ਬਣਾਈ ਹੋਈ ਸੀ, ਕਿਉਂਕਿ ਉਹਨਾਂ ਦੇ ਜੋ ਪਰਿਵਾਰ ਸੀ ਜਾਂ ਕੌਮ ਸੀ ਉਹ ਪਰਮਾਤਮਾ ਤੇ ਉਹਨਾਂ ਦੇ ਵਿਚਕਾਰ ਕੰਧ ਨਹੀਂ ਬਣਦੀ ਸੀ।
ਅੱਜ ਦੇ ਯੁੱਗ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਉਦਾਹਰਣ ਲੈ ਕੇ ਗੱਲ ਕਰਦੇ ਹਾਂ ਕਿ ਕਿਵੇਂ ਜੋ ਪਰਿਵਾਰ ਹੈ ਉਹ ਸਾਡੇ ਤੇ ਪ੍ਰਮਾਤਮਾ ਦੇ ਵਿਚਕਾਰ ਆ ਕੇ ਖੜ ਸਕਦਾ ਹੈ। ਜਦੋਂ ਸਾਡੀ ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਪੈ ਜਾਂਦੀ ਹੈ ਤਾਂ ਅਸੀਂ ਛੋਟੇ ਮੋਟੇ ਈਵਨ ਕਿ ਵੱਡੇ ਤੋਂ ਵੱਡੇ ਨੁਕਸਾਨਾਂ ਤੋਂ ਵੀ ਉਪਰਾਮ ਹੋ ਜਾਂਦੇ ਹਾਂ। ਅਸੀਂ ਤੰਗ ਨਹੀਂ ਹੁੰਦੇ। ਕੋਈ ਨੁਕਸਾਨ ਹੋ ਜਾਏ ਅਸੀਂ ਉਹਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦੇ ਯੋਗ ਹੋ ਜਾਂਦੇ ਹਾਂ ਜਦ ਅਸੀਂ ਪ੍ਰਮਾਤਮਾ ਦੇ ਨੇੜੇ ਹੁੰਦੇ ਹਾਂ। ਪਰ ਕੋਈ ਪਰਿਵਾਰਕ ਮੈਂਬਰ ਜੋ ਇਸ ਗੱਲ ਨੂੰ ਨਹੀਂ ਸਮਝਦਾ, ਉਹ ਸਾਨੂੰ ਉਸ ਹੋਏ ਨੁਕਸਾਨ ਤੇ ਦੁਖੀ ਹੋਣ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਉਹ ਖੁਦ ਦੁਖੀ ਹੋ ਰਿਹਾ ਹੁੰਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਇਸ ਨੂੰ ਵੀ ਦੁਖੀ ਹੋਣਾ ਚਾਹੀਦਾ ਹੈ। ਇੰਨਾ ਵੱਡਾ ਨੁਕਸਾਨ ਹੋ ਗਿਆ, ਇਹਨੂੰ ਫਰਕ ਕਿਉਂ ਨਹੀਂ ਪੈ ਰਿਹਾ। ਇੱਦਾਂ ਦੀ ਸੋਚ ਸਾਡੇ ਤੇ ਹਾਵੀ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਜੇਕਰ ਅਸੀਂ ਉਸ ਸੋਚ ਨੂੰ ਆਪਣੇ ਤੇ ਹਾਵੀ ਹੋਣ ਦੇ ਦਈਏ ਤਾਂ ਸਾਡੀ ਉਸ ਪ੍ਰਮਾਤਮਾ ਦੇ ਨਾਲੋਂ ਨੇੜਤਾ ਖਤਮ ਹੋ ਜਾਏਗੀ। ਗੁਰੂ ਸਾਹਿਬਾਨਾਂ ਦਾ ਸਾਰਾ ਪਰਿਵਾਰ ਹੀ ਪ੍ਰਮਾਤਮਾ ਦੇ ਨੇੜੇ ਸੀ। ਉਹਨਾਂ ਵੇਲਿਆਂ ਦੇ ਵਿੱਚ ਸਾਰੀ ਕੌਮ ਹੀ ਪ੍ਰਮਾਤਮਾ ਦੇ ਬੜੇ ਨੇੜੇ ਸੀ। ਵੱਡੇ ਤੋਂ ਵੱਡੇ ਨੁਕਸਾਨ ਝੱਲੇ ਨੇ ਪਰ ਉਹਦਾ ਭਾਣਾ ਮੰਨਿਆ, ਕਦੇ ਝੁਰੇ ਨਹੀਂ। ਸੋ ਅੱਗੇ ਚੱਲਦੇ ਹਾਂ। ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਈ। ਗੁਰੂ ਜੀ ਕਹਿੰਦੇ ਕਿ ਸਾਡਾ ਤੇ ਉਹੀ ਮਿੱਤਰ ਹੈ ਜਿਹੜਾ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਹਰ ਨਾਮ ਬਿਨਾ ਮੈਂ ਅਵਰ ਨਾ ਕੋਏ। ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ ਨਹੀਂ ਦਿਸਦਾ ਜਿਹੜਾ ਸਾਡੇ ਮਨ ਨੂੰ ਸੰਤੁਸ਼ਟੀ ਦੇ ਸਕੇ। ਸਤਿਗੁਰ ਤੇ ਹਮ ਗਤ ਪਤ ਪਾਈ। ਗੁਰੂ ਜੀ ਕਹਿੰਦੇ ਕਿ ਮੈਂ ਗੁਰੂ ਪਾਸੋਂ ਉੱਚੀ ਆਤਮਿਕ ਅਵਸਥਾ ਤੇ ਇੱਜ਼ਤ ਹਾਸਲ ਕੀਤੀ ਹੈ। ਗਤ ਤੋਂ ਭਾਵ ਅਕਲ, ਉੱਚੀ ਆਤਮਿਕ ਅਵਸਥਾ ਤੇ ਪਤ ਤੋਂ ਭਾਵ ਇੱਜ਼ਤ। ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੁੱਖ ਸਗਲ ਮਿਟਾਈ। ਉਸ ਪ੍ਰਮਾਤਮਾ ਦਾ ਨਾਮ ਧਿਆਇਆ ਸਾਰੇ ਦੁੱਖ ਮਿਟਾਏ ਜਾ ਸਕਦੇ ਨੇ। ਸਦਾ ਆਨੰਦ ਹਰ ਨਾਮ ਲਿਵ ਲਾਈ। ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਲਿਵ ਲਾਇਆ ਸਦਾ ਹੀ ਆਨੰਦ ਦੇ ਵਿੱਚ ਰਿਹਾ ਜਾ ਸਕਦਾ ਹੈ। ਗੁਰ ਮਿਲਿਆ ਹਮਕੋ ਸਰੀਰ ਸੁਧ ਭਈ। ਕਹਿੰਦੇ ਗੁਰੂ ਮਿਲਿਆ ਤਾਂ ਸਾਨੂੰ ਸਰੀਰ ਦੀ ਸੁੱਧ ਪੈ ਗਈ, ਪਤਾ ਲੱਗ ਗਿਆ, ਸੋਝੀ ਆ ਗਈ ਕਿ ਇਸ ਸਰੀਰ ਨੂੰ ਵਿਕਾਰਾਂ ਤੋਂ ਕਿਵੇਂ ਬਚਾ ਕੇ ਰੱਖਣਾ ਹੈ। ਹਉਮੈ ਤ੍ਰਿਸ਼ਨਾ ਸਭ ਅਗਨ ਬੁਝਈ। ਹਉਮੈ ਅਤੇ ਤ੍ਰਿਸ਼ਨਾ ਦੀ ਸਾਰੀ ਹੀ ਅਗਨੀ ਮੇਰੇ ਅੰਦਰੋਂ ਬੁਝ ਗਈ। ਬਿਨਸੇ ਕ੍ਰੋਧ ਖਿਮਾ ਗਏ ਲਈ। ਜਦੋਂ ਸਾਨੂੰ ਗੁਰੂ ਮਿਲ ਜਾਂਦਾ ਹੈ ਤਾਂ ਸਾਡਾ ਕ੍ਰੋਧ ਵੀ ਬਿਨਸ ਜਾਂਦਾ ਹੈ, ਕ੍ਰੋਧ ਵੀ ਖਤਮ ਹੋ ਜਾਂਦਾ ਹੈ ਤੇ ਅਸੀਂ ਸਦਾ ਹੀ ਖਿਮਾ ਦੇ ਧਾਰਨੀ ਹੋ ਜਾਂਦੇ ਹਾਂ। ਜਦ ਕਿਸੇ ਮਨੁੱਖ ਤੋਂ ਕੋਈ ਗਲਤੀ ਹੋ ਜਾਂਦੀ ਹੈ ਤੇ ਦੂਸਰਾ ਮਨੁੱਖ ਜਦੋਂ ਉਸ ਗਲਤੀ ਨੂੰ ਪੁਆਇੰਟ ਆਊਟ ਕਰਦਾ ਹੈ, ਉਹਨੂੰ ਦੱਸਦਾ ਹੈ ਕਿ ਤੇਰੇ ਤੋਂ ਇਹ ਗਲਤੀ ਹੋ ਗਈ, ਤਾਂ ਜੋ ਅਣਜਾਣ ਮਨੁੱਖ ਹੈ, ਜੋ ਮਨਮੁਖ ਹੈ ਅਸੀਂ ਕਹਿ ਸਕਦੇ ਹਾਂ, ਜਾਂ ਬੇਅਕਲ ਮਨੁੱਖ ਹੈ, ਉਹ ਉਸ ਗਲਤੀ ਨੂੰ ਮੰਨਣ ਦੀ ਬਜਾਏ ਉਸ ਗਲਤੀ ਤੇ ਬਹਿਸ ਕਰਨ ਲੱਗੇਗਾ। ਉਲਟਾ ਕ੍ਰੋਧਿਤ ਹੋ ਕੇ ਜਿਸ ਨੇ ਉਹਨੂੰ ਉਹਦੀ ਗਲਤੀ ਦੱਸੀ ਹੈ ਉਹਦੇ ਤੇ ਹੀ ਭੜਕ ਉੱਠੇਗਾ। ਤੇ ਦੂਜੇ ਪਾਸੇ ਜੇਕਰ ਕਿਸੇ ਮਨੁੱਖ ਨੇ ਗਲਤੀ ਕੀਤੀ ਹੈ ਤਾਂ ਇਹ ਮਨਮੁਖ ਜੋ ਮਨੁੱਖ ਹੈ ਉਹਦੇ ਤੇ ਕ੍ਰੋਧਿਤ ਹੋ ਜਾਏਗਾ ਕਿ ਤੂੰ ਇਹ ਗਲਤੀ ਕਿਉਂ ਕੀਤੀ। ਪਰ ਗੁਰੂ ਜੀ ਕਹਿੰਦੇ ਕਿ ਜਦ ਅਸੀਂ ਗੁਰੂ ਦੇ ਲੜ ਲੱਗੇ ਹੁੰਦੇ ਹਾਂ ਤਾਂ ਅਸੀਂ ਖਿਮਾ ਦੇ ਧਾਰਨੀ ਹੋ ਜਾਂਦੇ ਹਾਂ। ਬਿਨਸੇ ਕ੍ਰੋਧ ਖਿਮਾ ਗਏ ਲਈ। ਕ੍ਰੋਧ ਸਾਡਾ ਬਿਨਸ ਜਾਂਦਾ ਹੈ, ਖਿਮਾ ਦੇ ਅਸੀਂ ਧਾਰਨੀ ਹੋ ਜਾਂਦੇ ਹਾਂ। ਜੇਕਰ ਸਾਡੇ ਤੋਂ ਕੋਈ ਗਲਤੀ ਹੋ ਜਾਏ ਤਾਂ ਅਸੀਂ ਮਾਫੀ ਮੰਗਣ ਦੇ ਲਈ ਵੀ ਤਤਪਰ ਰਹਿੰਦੇ ਹਾਂ, ਤੇ ਜੇਕਰ ਕੋਈ ਦੂਸਰੇ ਮਨੁੱਖ ਤੋਂ ਗਲਤੀ ਹੋ ਜਾਏ ਤਾਂ ਉਹਨੂੰ ਮਾਫ ਕਰਨ ਦੇ ਲਈ ਵੀ ਅਸੀਂ ਤਿਆਰ ਰਹਿੰਦੇ ਹਾਂ। ਉਹਦੇ ਤੇ ਕ੍ਰੋਧਿਤ ਨਹੀਂ ਹੁੰਦੇ, ਉਹਨੂੰ ਮੁਆਫ ਕਰ ਦਿੰਦੇ ਹਾਂ। ਤੇ ਜੇਕਰ ਕੋਈ ਸਾਨੂੰ ਸਾਡੀ ਗਲਤੀ ਦੱਸੇ ਤਾਂ ਵੀ ਅਸੀਂ ਉਲਟਾ ਉਹਦੇ ਤੇ ਕ੍ਰੋਧਿਤ ਨਹੀਂ ਹੁੰਦੇ, ਬਲਕਿ ਆਪਣੀ ਗਲਤੀ ਨੂੰ ਮੰਨ ਲੈਂਦੇ ਹਾਂ ਤੇ ਮੁਆਫੀ ਮੰਗ ਲੈਂਦੇ ਹਾਂ। ਹਰ ਆਪੇ ਕਿਰਪਾ ਕਰੇ ਨਾਮ ਦੇਵੈ। ਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਆਪ ਕਿਰਪਾ ਕਰੇ ਤਾਂ ਹੀ ਉਹ ਆਪਣਾ ਨਾਮ ਕਿਸੇ ਮਨੁੱਖ ਨੂੰ ਬਖਸ਼ਦਾ ਹੈ। ਗੁਰਮੁਖ ਰਤਨ ਕੋ ਵਿਰਲਾ ਲੇਵੈ। ਪ੍ਰਮਾਤਮਾ ਦੇ ਨਾਮ ਰੂਪੀ ਇਸ ਰਤਨ ਨੂੰ ਕੋਈ ਵਿਰਲਾ ਮਨੁੱਖ ਹੀ ਪ੍ਰਾਪਤ ਕਰਦਾ ਹੈ। ਨਾਨਕ ਗੁਣ ਗਾਵੈ
हर अलख अभेवै। नानक तां हर वेले उस अलख ते अभेव परमात्मा दे गुण गाउंदा रहिंदा है। एक ओंकार सतगुर प्रसाद, राग गौड़ी बैरागण महला तीजा। सतगुर ते जो मूँह फेरे, ते बेमुख बुरे दिसन। अन दिन बद्दे मारियन, फिर वेला ना लाहन। ਜਿਹੜੇ ਮਨੁੱਖ ਗੁਰੂ ਤੋਂ ਮੂੰਹ ਫੇਰਦੇ ਨੇ, ਗੁਰੂ ਵੱਲੋਂ ਬੇਮੁਖ ਹੋਏ ਹੋਏ ਉਹ ਮਨੁੱਖ ਗੁਰੂ ਜੀ ਕਹਿੰਦੇ ਬੁਰੇ ਦਿਸਦੇ ਨੇ, ਬੜੇ ਭੈੜੇ ਦਿਸਦੇ ਨੇ, ਮਾਇਆ ਦੇ ਮੋਹ ਦੇ ਵਿੱਚ ਬੱਝੇ ਹੋਏ। ਅਨ ਦਿਨ ਬੱਧੇ ਮਾਰੀਅਨ, ਉਹ ਆਪਣੇ ਮੂੰਹ ਤੇ ਮਾਇਆ ਦੀਆਂ ਚੋਟਾਂ ਖਾਂਦੇ ਰਹਿੰਦੇ ਨੇ। ਫਿਰ ਵੇਲਾ ਨਾ ਲਾਹਨ, ਤੇ ਮੁੜ ਉਹਨਾਂ ਦੇ ਸਮਾਂ ਹੱਥ ਨਹੀਂ ਆਉਂਦਾ, ਵੇਲਾ ਹੱਥ ਦੇ ਵਿੱਚ ਨਹੀਂ ਆਉਂਦਾ ਉਹਨਾਂ ਦੇ ਕਿ ਉਹਨਾਂ ਚੋਟਾਂ ਤੋਂ ਉਹ ਬਚ ਸਕਣ। ਹਰ ਹਰ ਰਾਖੋ ਕਿਰਪਾ ਧਾਰ, ਉਸ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਹੇ ਹਰੀ, ਮੈਨੂੰ ਇਸ ਮਾਇਆ ਦੇ ਪੰਜੇ ਤੋਂ ਆਪਣੀ ਕਿਰਪਾ ਕਰਕੇ ਬਚਾ ਲੈ। ਸਤ ਸੰਗਤ ਮਿਲਾਏ ਪ੍ਰਭ, ਹਰ ਹਿਰਦੈ ਹਰ ਗੁਣ ਸਾਰ ਰਹਾਓ। ਹੇ ਪਰਮਾਤਮਾ, ਮੈਨੂੰ ਸਤ ਸੰਗਤ ਦੇ ਵਿੱਚ ਮਿਲਾ, ਜਿੱਥੇ ਬੈਠ ਕੇ ਮੈਂ ਤੇਰੇ ਗੁਣ ਗਾ ਸਕਾਂ, ਤੇਰੇ ਨਾਮ ਨੂੰ, ਤੇਰੀ ਸਿਫਤ ਸਲਾਹ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਸਕਾਂ। ਸੇ ਭਗਤ ਹਰ ਭਾਵ ਦੇ, ਜੋ ਗੁਰਮੁਖ ਭਾਏ ਚਲਨ। ਕਹਿੰਦੇ ਉਸ ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਨੇ ਜਿਹੜੇ ਗੁਰੂ ਦੇ ਪ੍ਰੇਮ ਵਿੱਚ ਚੱਲਦੇ ਨੇ, ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਜਿਸ ਪ੍ਰਕਾਰ ਦੀ ਜੀਵਨ ਜੁਗਤ ਗੁਰੂ ਨੇ ਦਿੱਤੀ ਹੈ, ਉਸ ਜੀਵਨ ਜੁਗਤ ਤੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਆਪ ਛੋੜ ਸੇਵਾ ਕਰਨ, ਜੀਵਤ ਮੋਏ ਰਹਨ। ਆਪਣਾ ਆਪਾ ਭਾਵ ਤਿਆਗ ਕੇ ਸੇਵਾ ਭਗਤੀ ਕਰਦੇ ਨੇ ਤੇ ਜਿਉਂਦੇ ਹੋਏ ਹੀ ਮਾਇਆ ਦੇ ਮੋਹ ਵੱਲੋਂ ਮਰੇ ਰਹਿੰਦੇ ਨੇ। ਆਪਾ ਭਾਵ ਸਵਾਰਥ ਛੱਡ ਕੇ ਸੇਵਾ ਭਗਤੀ ਕਰਨੀ ਹੈ। ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਮਨੁੱਖ ਅਜਿਹੇ ਨੇ ਜਿਹੜੇ ਬੜੀ ਸੇਵਾ ਕਰਦੇ ਨੇ, ਤੇ ਉਹਨਾਂ ਦੇ ਵਿੱਚੋਂ ਬੜੇ ਮਨੁੱਖ ਅਜਿਹੇ ਨੇ ਜਿਨ੍ਹਾਂ ਦੀ ਸੇਵਾ ਦੇ ਪਿੱਛੇ ਸਵਾਰਥ ਹੁੰਦਾ ਹੈ। ਸ਼ਾਇਦ ਕਿਤੇ ਨਾ ਕਿਤੇ ਉਸ ਸਵਾਰਥ ਦੇ ਬਾਰੇ ਉਹਨਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ। ਉਹ ਕਿਹੜੇ ਮਨੁੱਖ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਚੰਗੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ, ਸਾਡਾ ਕੋਈ ਰੁਕਿਆ ਹੋਇਆ ਕੰਮ ਬਣ ਜਾਏਗਾ। ਇਸ ਭਾਵ ਨੂੰ ਲੈ ਕੇ ਜਿਹੜੇ ਮਨੁੱਖ ਸੇਵਾ ਕਰਦੇ ਨੇ ਉਹ ਆਪਣਾ ਆਪਾ ਭਾਵ ਤਿਆਗ ਕੇ ਸੇਵਾ ਨਹੀਂ ਕਰ ਰਹੇ, ਉਹ ਆਪਣੇ ਸਵਾਰਥ ਦੇ ਲਈ ਸੇਵਾ ਕਰ ਰਹੇ ਨੇ। ਸੋ ਜੇ ਸੇਵਾ ਕਰਨੀ ਹੈ ਤੇ ਅਸੀਂ ਆਪਣਾ ਸਵਾਰਥ, ਆਪਣਾ ਆਪਾ ਭਾਵ ਤਿਆਗ ਕੇ ਕਰਨੀ ਹੈ। ਆਪ ਛੋੜ ਸੇਵਾ ਕਰਨ, ਜੀਵਤ ਮੋਏ ਰਹਨ। ਸੇਵਾ ਕਰਦੇ ਹੋਏ ਅਸੀਂ ਉਸ ਕਾਰਜ ਦੇ ਵਿੱਚ ਰੁੱਝੇ ਹੋਈਏ, ਉਸ ਸੇਵਾ ਦੇ ਕਾਰਜ ਦੇ ਵਿੱਚੋਂ ਅਸੀਂ ਆਨੰਦ ਪ੍ਰਾਪਤ ਕਰ ਰਹੇ ਹੋਈਏ, ਤਾਂ ਹੀ ਜੋ ਸੇਵਾ ਦਾ ਅਸਲੀ ਭਾਵ ਹੈ ਉਹ ਅਸੀਂ ਪ੍ਰਾਪਤ ਕਰ ਸਕਦੇ ਹਾਂ। ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਿਰਕਾਰ। ਜਿਸ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਇਹ ਸਰੀਰ ਅਤੇ ਜਿੰਦ ਹੈ, ਉਸੇ ਦੀ ਹੀ ਸਾਡੇ ਤੇ ਸਰਕਾਰ ਹੈ। ਸਾਡੇ ਸਰੀਰ, ਸਾਡੀ ਜਿੰਦ ਉਸ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਹੈ ਤੇ ਇਸ ਸਰੀਰ ਅਤੇ ਜਿੰਦ ਤੇ ਉਸ ਪ੍ਰਮਾਤਮਾ ਦਾ ਹੀ ਹੁਕਮ ਚੱਲਦਾ ਹੈ। ਉਹ ਕਿਉ ਮਨੋ ਵਿਸਾਰੀਐ, ਹਰ ਰੱਖੀਐ ਹਿਰਦੈ ਧਾਰ। ਕਹਿੰਦੇ ਜਦੋਂ ਸਾਨੂੰ ਪਤਾ ਹੈ ਕਿ ਸਾਡੀ ਜਿੰਦ ਅਤੇ ਸਰੀਰ ਤੇ ਉਸ ਪ੍ਰਮਾਤਮਾ ਦਾ ਹੁਕਮ ਚੱਲਦਾ ਹੈ ਤਾਂ ਅਸੀਂ ਉਹਨੂੰ ਕਿਉਂ ਮਨੋਂ ਵਿਸਾਰਦੇ ਹਾਂ। ਭਾਵ ਕਿ ਉਹਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ, ਉਸ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਸਾਂਭ ਕੇ ਰੱਖਣਾ ਚਾਹੀਦਾ ਹੈ। ਨਾਮ ਮਿਲਿਆ ਪਤ ਪਾਈਐ, ਨਾਮ ਮੰਨਿਆ ਸੁਖ ਹੋਏ। ਜਦੋਂ ਸਾਨੂੰ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ ਇੱਜ਼ਤ ਮਿਲਦੀ ਹੈ, ਤੇ ਉਸ ਨਾਮ ਦੇ ਵਿੱਚ ਅਸੀਂ ਆਪਣੇ ਮਨ ਨੂੰ ਗਿਝਾ ਲਈਏ ਤਾਂ ਆਤਮਿਕ ਆਨੰਦ ਮਿਲਦਾ ਹੈ। ਸਤਿਗੁਰ ਤੇ ਨਾਮ ਪਾਈਐ, ਕਰਮ ਮਿਲੈ ਪ੍ਰਭ ਸੋਏ। ਉਹ ਪਰਮਾਤਮਾ ਦਾ ਨਾਮ ਸਤਿਗੁਰੂ ਪਾਸੋਂ ਹਾਸਲ ਹੁੰਦਾ ਹੈ। ਪਰਮਾਤਮਾ ਦੀ ਮਿਹਰ ਹੋਏ ਤੇ ਅਸੀਂ ਪਰਮਾਤਮਾ ਨਾਲ ਮਿਲਾਪ ਵੀ ਹਾਸਲ ਕਰ ਸਕਦੇ ਹਾਂ। ਕਰਮ ਮਿਲੈ ਪ੍ਰਭ ਸੋਏ।
सतगुर ते जो मूँह फेरे ओए भरम दे ना टिकन। ਜਿਹੜੇ ਮਨੁੱਖ ਗੁਰੂ ਤੋਂ ਮੂੰਹ ਫੇਰਦੇ ਨੇ ਉਹ ਮਾਇਆ ਦੇ ਮੋਹ ਵਿੱਚ ਭਟਕਦੇ ਰਹਿੰਦੇ ਨੇ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਲੱਭਦਾ, ਆਤਮਿਕ ਸ਼ਾਂਤੀ ਨਹੀਂ ਮਿਲਦੀ। ਧਰਤ ਅਸਮਾਨ ਨਾ ਝਲਈ ਵਿੱਚ ਵਿਸਟਾ ਪਏ ਪਚਨ। ਕਹਿੰਦੇ ਉਹਨਾਂ ਨੂੰ ਨਾ ਧਰਤੀ ਤੇ ਨਾ ਅਸਮਾਨ ਝੱਲਦਾ ਹੈ, ਭਾਵ ਕਿ ਧਰਤੀ ਆਸਮਾਨ ਜਾਂ ਹੋਰ ਕੋਈ ਵੀ ਜੀਵ, ਹੋਰ ਕੋਈ ਵੀ ਸ਼ੈ ਉਹਨਾਂ ਦੇ ਆਤਮਿਕ ਜੀਵਨ ਨੂੰ ਸਹਾਰਾ ਨਹੀਂ ਦੇ ਸਕਦੀ, ਉਹਨਾਂ ਨੂੰ ਸ਼ਾਂਤੀ ਪ੍ਰਦਾਨ ਨਹੀਂ ਕਰ ਸਕਦੀ, ਤੇ ਉਹ ਮਾਇਆ ਦੇ ਮੋਹ ਰੂਪੀ ਗੰਧ ਦੇ ਵਿੱਚ ਪਏ ਹੀ ਸੜਦੇ ਰਹਿੰਦੇ ਹਨ। ਇਹ ਜਗ ਭਰਮ ਭੁਲਾਇਆ ਮੋਹ ਠਗੌਲੀ ਪਾਏ। ਮਾਇਆ ਦੇ ਮੋਹ ਨੇ ਠੱਗ ਬੂਟੀ ਖੁਆ ਕੇ ਇਸ ਜਗਤ ਨੂੰ ਭਰਮ ਭੁਲੇਖਿਆਂ ਦੇ ਵਿੱਚ ਪਾਇਆ ਹੋਇਆ ਹੈ, ਭਟਕਣਾ ਦੇ ਵਿੱਚ ਪਾਇਆ ਹੋਇਆ ਹੈ। ਜਿਨ੍ਹਾਂ ਸਤਿਗੁਰ ਭੇਟਿਆ ਤਿਨ ਨੇੜ ਨਾ ਭਿੱਟੈ ਮਾਏ। ਤੇ ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਨਾਲ ਆਪਣਾ ਮੋਹ ਪਾਇਆ ਹੈ, ਜਿਹੜੇ ਮਨੁੱਖ ਸਤਿਗੁਰੂ ਦੇ ਨੇੜੇ ਢੁੱਕੇ ਨੇ, ਮਾਇਆ ਉਹਨਾਂ ਦੇ ਨੇੜੇ ਨਹੀਂ ਢੁੱਕਦੀ। ਜਿਨ੍ਹਾਂ ਸਤਿਗੁਰ ਭੇਟਿਆ ਤਿਨ ਨੇੜ ਨਾ ਭਿੱਟੈ ਮਾਏ। ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ। ਜਦ ਸਾਡੇ ਸਰੀਰ ਨੂੰ ਮੈਲ ਲੱਗ ਜਾਵੇ ਤਾਂ ਅਸੀਂ ਭੈੜੇ ਲੱਗਣ ਲੱਗਦੇ ਹਾਂ। ਇਸ਼ਨਾਨ ਕਰਕੇ ਉਸ ਮੈਲ ਨੂੰ ਉਤਾਰ ਦਈਏ ਤੇ ਅਸੀਂ ਫਿਰ ਤੋਂ ਸੋਹਣੇ ਲੱਗਣ ਲੱਗ ਜਾਂਦੇ ਹਾਂ। ਪਰ ਜਿਹੜੀ ਸਾਡੇ ਮਨਾਂ ਦੇ ਉੱਪਰ ਹਉਮੈ ਦੀ ਤੇ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਉਹ ਸਾਨੂੰ ਕਿੰਨੇ ਭੈੜੇ ਬਣਾਉਂਦੀ ਹੋਏਗੀ, ਜ਼ਰਾ ਸੋਚ ਕੇ ਵੇਖਿਓ। ਗੁਰੂ ਜੀ ਕਹਿੰਦੇ ਜੋ ਸਤਿਗੁਰੂ ਦੀ ਸੇਵਾ ਕਰਦੇ ਨੇ ਉਹ ਆਪਣੀ ਇਸ ਹਉਮੈ ਅਤੇ ਵਿਕਾਰਾਂ ਦੀ ਮੈਲ ਨੂੰ ਉਤਾਰ ਲੈਂਦੇ ਨੇ। ਗੁਰੂ ਦੇ ਸ਼ਬਦਾਂ ਦੇ ਵਿੱਚ ਇਸ਼ਨਾਨ ਕਰਕੇ ਇਸ ਮੈਲ ਨੂੰ ਉਤਾਰ ਦਿੰਦੇ ਨੇ ਤੇ ਸੋਹਣੇ ਬਣ ਜਾਂਦੇ ਨੇ। ਸਤਿਗੁਰ ਸੇਵਨ ਸੋ ਸੋਹਣੇ ਹਉਮੈ ਮੈਲ ਗਵਾਏ। ਸ਼ਬਦ ਰੱਤੇ ਸੇ ਨਿਰਮਲੇ ਚੱਲੈ ਸਤਿਗੁਰ ਭਾਈ। ਜਿਹੜੇ ਗੁਰੂ ਦੇ ਸ਼ਬਦਾਂ ਦੇ ਵਿੱਚ ਰੰਗੇ ਹੋਏ ਨੇ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਨੇ। ਉਹ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੇ ਨੇ, ਉਹਦੇ ਹੁਕਮ ਦੇ ਵਿੱਚ ਚੱਲਦੇ ਨੇ। ਹਰ ਪ੍ਰਭ ਦਾਤਾ ਏਕ ਤੂੰ ਆਪੇ ਬਖਸ਼ ਮਿਲਾਏ। ਗੁਰੂ ਜੀ ਕਹਿੰਦੇ ਹੇ ਪ੍ਰਮਾਤਮਾ, ਹੇ ਦਾਤਾਂ ਦੇਣ ਵਾਲੇ ਪ੍ਰਮਾਤਮਾ, ਤੂੰ ਇੱਕ ਹੀ ਹੈ ਤੇ ਮੇਰਾ ਇੱਕ ਹੀ ਸਹਾਰਾ ਹੈ। ਤੂੰ ਆਪੇ ਹੀ ਮੇਰੇ ਗੁਨਾਹ ਬਖਸ਼ ਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ। ਜਨ ਨਾਨਕ ਸ਼ਰਨਾਗਤੀ ਜਿਉ ਭਾਵੈ ਤਿਵੈ ਛਡਾਏ। ਗੁਰੂ ਜੀ ਕਹਿੰਦੇ ਕਿ ਦਾਸ ਨਾਨਕ ਤੇਰੀ ਸ਼ਰਨ ਦੇ ਵਿੱਚ ਆ ਗਿਆ ਹੈ। ਪਰਮਾਤਮਾ, ਤੈਨੂੰ ਜਿਵੇਂ ਚੰਗਾ ਲੱਗੇ ਮੈਨੂੰ ਉਸੇ ਤਰੀਕੇ ਦੇ ਨਾਲ ਹੀ ਮਾਇਆ ਦੇ ਮੋਹ ਤੋਂ ਬਚਾ ਲੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 233ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਫਿਰ ਤੋਂ ਗੁਰੂ ਜੀ ਨੇ ਸਾਨੂੰ ਗੁਰੂ ਦੇ ਲੜ ਲੱਗਣ ਦੇ ਲਈ ਪ੍ਰੇਰਿਆ ਹੈ। ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਲਈ ਪ੍ਰੇਰਿਆ ਹੈ। ਪਰਮਾਤਮਾ ਦੇ ਸੇਵਕਾਂ ਦੇ ਵੀ ਸੇਵਕ ਬਣਨ ਦੀ ਸਿੱਖਿਆ ਦਿੱਤੀ ਹੈ ਤੇ ਇਹ ਦੱਸਿਆ ਹੈ ਕਿ ਇਸ ਵਿਧੀ ਦੇ ਨਾਲ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਸਕਦੇ ਹਾਂ, ਕਿਉਂਕਿ ਅਸੀਂ ਜਦ ਪਰਮਾਤਮਾ ਦੇ ਸੇਵਕਾਂ ਦੇ ਵੀ ਸੇਵਕ ਬਣ ਜਾਂਦੇ ਹਾਂ, ਆਪਣੇ ਆਪ ਨੂੰ ਇੰਨਾ ਨੀਵਾਂ ਕਰ ਲੈਂਦੇ ਹਾਂ ਕਿ ਹਉਮੈ ਦੀ ਦੀਵਾਰ ਢਹਿ ਜਾਂਦੀ ਹੈ। ਤੇ ਜਦ ਹਉਮੈ ਦੀ ਦੀਵਾਰ ਢਹਿ ਗਈ ਤਾਂ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਂਦਾ ਹੈ। ਦੂਜੀ ਗੱਲ ਗੁਰੂ ਜੀ ਨੇ ਪਰਿਵਾਰ ਦੀ ਕੀਤੀ ਹੈ ਕਿ ਜੇਕਰ ਤੁਹਾਡਾ ਪਰਿਵਾਰ ਤੁਹਾਨੂੰ ਉਸ ਪਰਮਾਤਮਾ ਦੇ ਨਾਲ ਜੁੜਨ ਤੋਂ ਰੋਕ ਰਿਹਾ ਹੈ ਕਿਸੇ ਵੀ ਤਰੀਕੇ ਦੇ ਨਾਲ, ਭਾਵੇਂ ਤੁਹਾਡਾ ਮੋਹ ਦਾ ਜੋ ਰਿਸ਼ਤਾ ਹੈ ਉਹ ਰਿਸ਼ਤਾ ਤੁਹਾਨੂੰ ਪਰਮਾਤਮਾ ਨਾਲ ਜੁੜਨ ਤੋਂ ਰੋਕ ਰਿਹਾ ਹੈ, ਭਾਵੇਂ ਇਸਤਰੀ ਦੀ ਸੁਖਾਲੀ ਤੇ ਸੋਹਣੀ ਸੇਜ ਹੈ ਜਿਹੜੀ ਤੁਹਾਨੂੰ ਰੋਕ ਰਹੀ ਹੈ, ਤਾਂ ਉਹ ਇਸਤਰੀ ਦੀ ਸੇਜ ਤੇ ਉਹ ਪਰਿਵਾਰਕ ਜੀਵਨ ਦੋਨੋਂ ਹੀ ਫਟਕਾਰਯੋਗ ਨੇ। ਅਸੀਂ ਆਪਣੇ ਪਰਿਵਾਰ ਦੇ ਵਿੱਚ ਵਿਚਰਦੇ ਹੋਏ ਹੀ ਉਸ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰਨੀ ਹੈ। ਤੇ ਮੇਰਾ ਖਿਆਲ ਹੈ ਇਹਦੇ ਲਈ ਜ਼ਰੂਰੀ ਹੈ ਕਿ ਸਾਡਾ ਪਰਿਵਾਰ ਵੀ ਇਸੇ ਰਸਤੇ ਤੇ ਚੱਲੇ, ਕਿਉਂਕਿ ਜੇਕਰ ਪਰਿਵਾਰ ਦੇ ਵਿੱਚੋਂ ਇੱਕ ਜੀ ਪਰਮਾਤਮਾ ਦੇ ਰਸਤੇ ਤੇ ਚੱਲਣਾ ਚਾਹੁੰਦਾ ਹੈ ਤੇ ਬਾਕੀ ਦੇ 4-5 ਜੀ ਮਨਮੁਖਤਾ ਦੇ ਰਸਤੇ ਤੇ ਚੱਲਣ ਵਾਲੇ ਹਨ, ਤਾਂ ਉਹ ਮਨਮੁਖਤਾ ਵਾਲੇ ਪਰਮਾਤਮਾ ਦੇ ਰਸਤੇ ਤੇ ਚੱਲਣ ਵਾਲੇ ਦੇ ਰਾਹ ਵਿੱਚ ਅੜਿੱਕਾ ਜ਼ਰੂਰ ਬਣਨਗੇ। ਕੋਸ਼ਿਸ਼ ਕਰੀਏ ਕਿ ਸਮੂਹ ਪਰਿਵਾਰ ਸਮੇਤ ਅਸੀਂ ਉਸ ਪਰਮਾਤਮਾ ਦੇ ਰਸਤੇ ਤੇ ਚੱਲੀਏ,
ਗੁਰੂ ਦੇ ਲੜ ਲੱਗੀਏ। ਸੋ ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।